जी ऑनलाइन क्लास में ਤੁਹਾਡਾ स्वागत है। जमात 6वीं अध्याय 4 ਦੇ ਵਿੱਚੋਂ ਤੁਹਾਨੂੰ ਦੀ ਅਸਾਈਨਮੈਂਟ 145 ਨੰਬਰ ਆਈ ਹੈ। ਮੁੱਢਲੀਆਂ ਰੇਖਾ ਗਣਿਤਿਕ ਧਾਰਨਾਵਾਂ। ਸਾਡਾ ਸਭ ਤੋਂ ਪਹਿਲਾ ਟੌਪਿਕ ਕਿ ਚੱਕਰ ਕਿਸ ਨੂੰ ਕਹਿੰਦੇ ਨੇ, ਚੱਕਰ ਕੀ ਚੀਜ਼ ਹੁੰਦੀ ਹੈ। ਇਹਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈ ਕਿ ਚੱਕਰ ਜਿਹੜਾ ਹੈ ਉਹ ਇੱਕ ਅਜਿਹਾ ਬੰਦ ਬੱਕਰ ਹੁੰਦਾ ਹੈ ਜਿਹੜਾ ਕਿ ਬਹੁਭੁਜ ਨਹੀਂ ਹੁੰਦਾ। ਇਹਦੇ ਵਿੱਚ ਜਿੰਨੇ ਵੀ ਬਿੰਦੂ ਹੁੰਦੇ ਨੇ ਇਹ ਬਿੰਦੂਆਂ ਦਾ ਇੱਕ ਅਜਿਹਾ ਸਮੂਹ ਹੁੰਦਾ ਹੈ ਜਿਹੜਾ ਕਿ ਇੱਕ ਕੇਂਦਰਕ ਬਿੰਦੂ ਤੋਂ ਬਰਾਬਰ ਦੂਰੀ 'ਤੇ ਹੁੰਦੇ ਨੇ। ਸੋ ਇਸ ਤਰੀਕੇ ਦੇ ਨਾਲ ਇੱਕ ਚੱਕਰ ਜਿਹੜਾ ਹੈ ਉਹ ਬਣਦਾ ਕਿ ਇੱਕ ਚੱਕਰ, ਜਿਵੇਂ ਕਿ ਤੁਹਾਨੂੰ ਇਸ ਚਿੱਤਰ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਕਿ ਜਿਹੜਾ ਚੱਕਰ ਹੈ ਉਹ ਭਾਵੇਂ ਛੋਟਾ ਹੈ ਚਾਹੇ ਭਾਵੇਂ ਵੱਡਾ, ਇਹਦੇ ਵਿੱਚ ਇਹਦੇ ਉੱਪਰ ਸਥਿਤ ਸਾਰੇ ਦੇ ਸਾਰੇ ਬਿੰਦੂ ਜਿਹੜੇ ਨੇ, ਚੱਕਰ ਦੇ ਉੱਪਰ ਸਥਿਤ ਸਾਰੇ ਦੇ ਸਾਰੇ ਬਿੰਦੂ ਇਸ ਤੋਂ ਬਰਾਬਰ ਦੂਰੀ 'ਤੇ ਹੁੰਦੇ ਨੇ। ਠੀਕ ਹੈ, ਨੋਟ ਕਰੋ ਕਿ ਚੱਕਰ ਉੱਤੇ ਸਥਿਤ ਹਰੇਕ ਬਿੰਦੂ, ਜਿੰਨੇ ਵੀ ਇਸ ਚੱਕਰ ਦੇ ਉੱਤੇ ਬਿੰਦੂ ਹੋਣਗੇ ਉਹ ਇਸ ਦੇ ਕੇਂਦਰ ਵਿੱਚ ਸਥਿਤ ਜਿਹੜਾ ਬਿੰਦੂ ਹੋਏਗਾ, ਜਿਹਨੂੰ ਅਸੀਂ ਕੇਂਦਰ ਬੋਲਦੇ ਹਾਂ, ਠੀਕ ਹੈ, ਉਸ ਕੇਂਦਰ ਵਾਲੇ ਬਿੰਦੂ ਤੋਂ ਬਰਾਬਰ ਦੂਰੀ 'ਤੇ ਹੋਣਗੇ। ਜਿਵੇਂ ਕਿ ਇਸ ਚਿੱਤਰ ਦੇ ਵਿੱਚ ਦਿਖਾਇਆ ਗਿਆ, ਇਹਦੇ ਵਿੱਚ ਕੇਂਦਰ ਜਿਹੜਾ ਹੈਗਾ ਉਹ ਹੈ, ਤਾਂ ਇਹ ਉਹ ਬਿੰਦੂ ਤੋਂ ਸਾਰੇ ਜਿਹੜੇ ਹੈਗੇ ਨੇ ਬਰਾਬਰ ਦੂਰੀ 'ਤੇ ਨੇ। ਅਤੇ ਇਹ ਚੱਕਰ ਬਣਾਉਣ ਦੇ ਲਈ ਤੁਸੀਂ ਇੱਕ ਕਿੱਲ ਲੈ ਲਓ, ਕਿੱਲ ਨੂੰ ਇੱਕ ਧਾਗੇ ਦੇ ਨਾਲ ਬੰਨ੍ਹ ਲਓ। ਠੀਕ ਹੈ, ਉਸ ਧਾਗੇ ਦੇ ਦੂਜੇ ਸਿਰੇ 'ਤੇ ਇੱਕ ਜਿਹੜੀ ਹੈ ਇੱਕ ਸਟਿਕ ਬੰਨੋ ਜਾਂ ਕੋਈ ਪੈਨਸਿਲ ਬੰਨੋ। ਠੀਕ ਹੈ, ਅਤੇ ਉਸ ਨੂੰ ਘੁਮਾਓ ਤਾਂ ਤੁਸੀਂ ਦੇਖੋਗੇ ਕਿ ਉਸ ਨੂੰ ਘੁਮਾਉਂਦੇ ਹੋਏ ਮਿੱਟੀ ਦੇ ਵਿੱਚ ਇੱਕ ਚੱਕਰ ਜਿਹੜਾ ਹੈਗਾ ਬਣਦਾ। ਠੀਕ ਹੈ, ਉਹ ਆਕ੍ਰਿਤੀ ਜਿਹੜੀ ਬਣੇਗੀ ਉਹ ਚੱਕਰ ਕਹਿਲਾਏਗੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਚੱਕਰ ਜਿਹੜਾ ਹੈ ਉਹ ਇੱਕ ਬੰਦ ਆਕ੍ਰਿਤੀ ਹੁੰਦੀ ਹੈ। ਠੀਕ ਹੈ, ਪਰ ਇਹ ਬਹੁਭੁਜ ਨਹੀਂ, ਕਿਉਂਕਿ ਇਹਦੇ ਵਿੱਚ ਕੋਈ ਭੁਜਾ ਨਹੀਂ ਹੁੰਦੀ। ਠੀਕ ਹੈ, ਇਹ ਇੱਕ ਵਕਰ ਤੋਂ ਬਣਿਆ, ਇਹ ਬਿੰਦੂਆਂ ਤੋਂ ਬਣਿਆ ਹੋਇਆ ਇੱਕ ਅਜਿਹਾ ਸਮੂਹ ਹੁੰਦਾ ਜਿਹੜਾ ਕਿ ਕੇਂਦਰ ਵਾਲੇ ਬਿੰਦੂ ਤੋਂ ਬਰਾਬਰ ਦੂਰੀ 'ਤੇ ਹੁੰਦਾ ਹੈ। ਸੋ ਜਿੱਥੇ ਆਪਾਂ ਨੇ ਇਹ ਜਿਹੜੀ ਸੈਂਟਰ 'ਚ ਕਿੱਲ ਗੱਡੀ ਹੈ, ਇਹਦੇ ਵਿੱਚ ਇਹ ਜਿੱਥੇ ਵੀ ਗੱਡੀ ਹੈ ਉਸ ਬਿੰਦੂ ਨੂੰ ਅਸੀਂ ਕੇਂਦਰ ਕਹਿੰਦੇ ਹਾਂ। ਇਹਨੂੰ ਅਸੀਂ ਜ਼ਿਆਦਾਤਰ ਉਹ ਬਿੰਦੂ ਨਾਲ ਦਰਸਾਉਂਦੇ ਹਾਂ। ਠੀਕ ਹੈ, ਕਈ ਵਾਰ ਇਸ ਨੂੰ ਸੀ ਬਿੰਦੂ ਨਾਲ ਵੀ ਦਰਸਾਇਆ ਜਾਂਦਾ। ਤਾਂ ਇਹ ਕੀ, ਇਹ ਬਿੰਦੂ ਕਿਹੜਾ ਹੈ, ਇਹ ਬਿੰਦੂ ਚੱਕਰ ਦਾ ਕੇਂਦਰ ਅਖਵਾਉਂਦਾ ਹੈ। ਅਤੇ ਇਸ ਦੇ ਉੱਪਰ ਸਥਿਤ ਜਿੰਨੇ ਵੀ ਬਿੰਦੂ ਹੋਣਗੇ, ਇਸ ਚੱਕਰ ਦੇ ਉੱਪਰ ਸਥਿਤ ਬਿੰਦੂ ਜਿੰਨੇ ਹੋਣਗੇ, ਠੀਕ ਹੈ, ਉਹਨਾਂ ਨੂੰ ਅਸੀਂ ਚੱਕਰ ਉੱਤੇ ਸਥਿਤ ਬਿੰਦੂ ਕਹਿੰਦੇ ਹਾਂ। ਅਤੇ ਦਾ ਪੁਆਇੰਟਸ ਔਨ ਦਾ ਲਾਈਜ਼ ਔਨ ਦਾ ਸਰਕਲ, ਜਿਵੇਂ ਕਿ ਬਿੰਦੂ ਏ ਵਾਲਾ ਬਿੰਦੂ, ਪੀ ਵਾਲਾ ਬਿੰਦੂ, ਠੀਕ ਹੈ, ਅਤੇ ਬੀ ਵਾਲਾ ਬਿੰਦੂ ਜਿਹੜਾ ਹੈ ਉਹ ਇਸ ਚੱਕਰ ਦੇ ਉੱਤੇ ਸਥਿਤ ਹੈ। ਠੀਕ ਹੈ, ਅਤੇ ਇਸ ਤਰੀਕੇ ਨਾਲ ਜਿਹੜਾ ਬਿੰਦੂ ਐਮ ਹੈ ਉਹ ਵੀ ਚੱਕਰ ਦੇ ਉੱਪਰ ਸਥਿਤ ਹੈ। ਇਹ ਜਿੰਨੇ ਵੀ ਚੱਕਰ ਦੇ ਉੱਤੇ ਸਥਿਤ ਬਿੰਦੂ ਨੇ ਇਹ ਕੇਂਦਰ ਤੋਂ ਬਰਾਬਰ ਦੂਰੀ 'ਤੇ ਹੁੰਦੇ ਨੇ। ਇਸ ਬਰਾਬਰ ਦੂਰੀ ਨੂੰ ਅਸੀਂ ਅਰਧ ਵਿਆਸ ਕਹਿੰਦੇ ਹਾਂ, ਰੇਡੀਅਸ। ਇਸ ਨੂੰ ਕੀ ਕਿਹਾ ਜਾਂਦਾ? ਰੇਡੀਅਸ। ਤਾਂ ਏ ਸੀ ਕੀ ਹੈ? ਏ ਸੀ ਸਾਡੇ ਕੋਲ ਰੇਡੀਅਸ ਹੈ, ਅਰਧ ਵਿਆਸ ਹੈ। ਤਾਂ ਏ ਸੀ ਦੀ ਜਿਹੜੀ ਲੰਬਾਈ ਹੈ ਉਹ ਅਰਧ ਵਿਆਸ ਅਖਵਾਉਂਦੀ ਹੈ। ਇਸੇ ਤਰੀਕੇ ਦੇ ਨਾਲ ਪੀ ਸੀ ਲੰਬਾਈ, ਪੀ ਤੋਂ ਲੈ ਕੇ ਸੀ ਤੱਕ ਦੀ ਲੰਬਾਈ ਜਿਹੜੀ ਹੈਗੀ ਹੈ, ਪੀ ਸੀ ਲੰਬਾਈ ਉਹ ਵੀ ਕੀ ਹੈ? ਅਰਧ ਵਿਆਸ ਹੈ। ਬੀ ਸੀ ਕੀ ਹੈ? ਅਰਧ ਵਿਆਸ ਹੈ। ਸੀ ਐਮ ਕੀ ਹੈ? ਅਰਧ ਵਿਆਸ ਹੈ, ਯਾਨੀ ਕਿ ਰੇਡੀਅਸ ਹੈ। ਉਸ ਤੋਂ ਬਾਅਦ ਆ ਜਾਂਦੀ ਹੈ ਕਿ ਸਾਡੇ ਕੋਲ ਅਰਧ ਵਿਆਸ ਦੀ ਪਰਿਭਾਸ਼ਾ ਕੀ ਅਸੀਂ ਕੀ ਲਿਖਾਂਗੇ? ਤਾਂ ਅਸੀਂ ਪਰਿਭਾਸ਼ਾ ਲਿਖਾਂਗੇ ਅਰਧ ਵਿਆਸ ਉਹ ਰੇਖਾ ਖੰਡ ਹੁੰਦਾ ਹੈ ਜੋ ਚੱਕਰ ਉੱਤੇ ਸਥਿਤ ਬਿੰਦੂ ਨੂੰ ਕੇਂਦਰ ਨਾਲ ਜੋੜਦਾ ਹੈ। ਠੀਕ ਹੈ ਜੀ, ਤਾਂ ਤੁਸੀਂ ਦੇਖਿਆ ਕਿ ਕੇਂਦਰ ਦੇ ਉੱਪਰ ਜਿਹੜਾ ਹੈ ਬਣਿਆ ਕੋਈ ਵੀ ਸਰਕਲ ਕੇਂਦਰ ਤੋਂ ਬਰਾਬਰ ਦੂਰੀ 'ਤੇ ਹੁੰਦਾ। ਤਾਂ ਤੁਸੀਂ ਦੇਖੋਗੇ ਇਸ ਦੇ ਕੇਂਦਰ ਤੋਂ ਕਿੰਨੀ ਦੂਰੀ 'ਤੇ ਸਥਿਤ ਹੈ ਬਿੰਦੂ। ਕੋਈ ਵੀ ਬਿੰਦੂ ਜਿਹੜਾ ਇਸ ਦੇ ਉੱਪਰ ਸਥਿਤ ਹੈ, ਆਪਣੇ ਚੱਕਰ ਦੇ ਉੱਪਰ ਸਥਿਤ, ਉਸ ਚੱਕਰ ਤੋਂ ਕੇਂਦਰ ਤੱਕ ਦੀ ਜਿਹੜੀ ਦੂਰੀ ਹੈ ਉਹ ਕੀ ਕਹਿਲਾਉਂਦੀ ਹੈ? ਅਰਧ ਵਿਆਸ ਅਖਵਾਉਂਦੀ ਹੈ, ਯਾਨੀ ਕਿ ਰੇਡੀਅਸ ਅਖਵਾਉਂਦੀ ਹੈ। ਠੀਕ ਹੈ, ਇਸ ਨੂੰ ਅਸੀਂ ਆਰ ਨਾਲ ਰਿਪਰੈਜ਼ੈਂਟ ਕਰਦੇ ਹਾਂ। ਛੋਟੀ ਆਰ ਵੀ ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ ਅਤੇ ਇਸ ਨੂੰ
ਵੱਡੀ ਆਰ ਨਾਲ ਵੀ ਲਿਖਿਆ ਜਾ ਸਕਦਾ। ਸੋ ਅਰਧ ਵਿਆਸ ਜਿਹੜਾ ਹੈ ਉਹ ਇੱਕ ਅਜਿਹਾ ਰੇਖਾ ਖੰਡ ਹੁੰਦਾ ਹੈ ਜੋ ਚੱਕਰ ਉੱਤੇ ਸਥਿਤ ਕੋਈ ਵੀ ਬਿੰਦੂ ਜਿਹੜਾ ਹੈ, ਮੰਨ ਲਓ ਕਿ ਇਹ ਵਾਲਾ ਬਿੰਦੂ P ਬਿੰਦੂ ਹੈ, ਠੀਕ ਹੈ, ਅਤੇ ਇਹ ਬਿੰਦੂ C ਹੈ, ਤਾਂ ਸੈਂਟਰ, ਠੀਕ ਹੈ, ਤਾਂ P ਅਤੇ ਸੈਂਟਰ ਦੇ ਵਿਚਕਾਰਲੀ ਜਿਹੜੀ ਦੂਰੀ ਹੈ ਉਸ ਦੂਰੀ ਨੂੰ ਅਰਧ ਵਿਆਸ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਚੱਕਰ ਦਾ ਵਿਆਸ ਕੀ ਹੁੰਦਾ ਹੈ। ਚੱਕਰ ਦਾ ਵਿਆਸ ਜਿਹੜਾ ਹੈ ਉਹ ਕੀ ਹੋਏਗਾ? ਚੱਕਰ ਦਾ ਵਿਆਸ ਕਿ ਜਿਹੜਾ ਇਸ ਦਾ ਕੇਂਦਰ ਬਿੰਦੂ ਹੈ, ਕੇਂਦਰ ਵਿੱਚੋਂ ਗੁਜ਼ਰਨ ਵਾਲੀ ਰੇਖਾ ਜਿਹੜੀ ਕਿ ਚੱਕਰ ਨੂੰ ਦੂਸਰੇ ਪਾਸੇ ਸਥਿਤ ਬਿੰਦੂ ਦੇ ਨਾਲ ਮਿਲ ਜਾਏ, ਠੀਕ ਹੈ। ਜਿਵੇਂ ਕਿ ਇਹ ਵਾਲਾ ਬਿੰਦੂ ਮੰਨ ਲਓ M ਹੈ ਅਤੇ ਇਹ ਵਾਲਾ ਬਿੰਦੂ P ਹੈ ਅਤੇ ਇਹ ਕੇਂਦਰ C ਦੇ ਵਿੱਚੋਂ ਗੁਜ਼ਰਿਆ, ਤਾਂ PM ਲੰਬਾਈ ਜਿਹੜੀ ਹੈ ਉਹ ਕੀ ਹੋਏਗੀ? ਚੱਕਰ ਦਾ ਵਿਆਸ ਹੋਏਗੀ। ਜਿਵੇਂ ਕਿ ਤੁਸੀਂ ਇਸ ਚਿੱਤਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜੀ PM ਲੰਬਾਈ ਹੈ ਇਹ ਕੇਂਦਰ C ਚੋਂ ਗੁਜ਼ਰਦੀ ਹੈ, ਤਾਂ ਇਸ ਕਰਕੇ PM ਜਿਹੜਾ ਹੈ ਉਹ ਚੱਕਰ ਦਾ ਵਿਆਸ ਜਾਣੀ ਕਿ ਡਾਇਆਮੀਟਰ ਅਖਵਾਉਂਦੀ ਹੈ। ਤਾਂ ਚੱਕਰ ਦਾ ਡਾਇਆਮੀਟਰ ਜਾਣੀ ਕਿ ਚੱਕਰ ਦਾ ਵਿਆਸ ਕੀ ਹੈ? PM ਚੱਕਰ ਦਾ ਵਿਆਸ ਹੈ ਜੋ ਅਰਧ ਵਿਆਸ ਤੋਂ ਦੁੱਗਣਾ ਹੁੰਦਾ ਹੈ। ਕਿਉਂ ਅਰਧ ਵਿਆਸ ਤੋਂ ਦੁੱਗਣਾ? ਕਿਉਂਕਿ P ਤੋਂ ਲੈ ਕੇ C ਤੱਕ ਦੀ ਦੂਰੀ ਅਰਧ ਵਿਆਸ ਹੈ, C ਤੋਂ ਲੈ ਕੇ M ਤੱਕ ਦੀ ਦੂਰੀ ਅਰਧ ਵਿਆਸ ਹੈ, ਤਾਂ ਦੋਨੋਂ ਅਰਧ ਵਿਆਸ ਨੂੰ ਜੋੜਾਂਗੇ ਤਾਂ ਕਿੰਨਾ ਕੀ ਬਣ ਜਾਏਗਾ? ਸਾਡਾ ਪੂਰਾ ਵਿਆਸ ਬਣ ਜਾਏਗਾ, ਠੀਕ ਹੈ, ਡਾਇਆਮੀਟਰ ਬਣ ਜਾਏਗਾ। ਤਾਂ ਡਾਇਆਮੀਟਰ ਕਿਹਦੇ ਬਰਾਬਰ ਹੈ? R + R ਦੇ, ਜਾਣੀ ਕਿ 2R ਦੇ। ਤਾਂ ਦੁੱਗਣਾ ਹੁੰਦਾ ਹੈ ਜੀ, ਅਰਧ ਵਿਆਸ ਤੋਂ ਡਬਲ ਹੁੰਦਾ ਹੈ ਸਾਡਾ ਡਾਇਆਮੀਟਰ, ਸਾਡਾ ਵਿਆਸ, ਚੱਕਰ ਦਾ ਵਿਆਸ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਆ ਕਿ ਵਿਆਸ ਜਿਹੜਾ ਹੈ ਉਹ ਅਰਧ ਵਿਆਸ ਤੋਂ ਦੁੱਗਣਾ ਹੁੰਦਾ ਹੈ, ਡਬਲ ਹੁੰਦਾ ਹੈ। ਉਸ ਤੋਂ ਬਾਅਦ ਹੈ ਚੱਕਰ ਦੀ ਜੀਵਾ। ਚੱਕਰ ਦੀ ਜੀਵਾ ਕੀ ਹੈ? ਚੱਕਰ ਦੀ ਜੀਵਾ PB ਜਿਹੜੀ ਹੈ ਚੱਕਰ ਦੀ ਜੀਵਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਹ ਵਾਲੀ ਜਿਹੜੀ ਹੈ ਚਿੱਤਰ ਦੇ ਵਿੱਚ ਚੱਕਰ ਤੋਂ P ਤੋਂ ਲੈ ਕੇ B ਤੱਕ ਦੀ ਦੂਰੀ ਜਿਹੜੀ ਹੈ ਉਹ ਚੱਕਰ ਦੀ ਜੀਵਾ ਅਖਵਾਉਂਦੀ ਹੈ, ਠੀਕ ਹੈ। ਤਾਂ ਜੀਵਾ ਕੀ ਹੁੰਦੀ ਹੈ? ਜੀਵਾ ਉਹ ਜਿਹੜੀ ਹੈ ਰੇਖਾ ਹੈ ਜੋ ਚੱਕਰ ਦੇ ਉੱਪਰ ਸਥਿਤ ਕਿਸੇ ਵੀ ਦੋ ਬਿੰਦੂਆਂ ਨੂੰ, ਚੱਕਰ ਦੇ ਉੱਤੇ ਕੋਈ ਵੀ ਦੋ ਸਥਿਤ ਬਿੰਦੂ ਬਣਾ ਲੈਣੇ, ਜਿਵੇਂ ਮੰਨ ਲਓ ਕਿ ਆਹ P ਬਿੰਦੂ ਬਣਾ ਲਿਆ ਅਤੇ ਆਹ B ਬਿੰਦੂ ਬਣਾ ਲਿਆ। ਇਹਨਾਂ ਦੋਨਾਂ ਬਿੰਦੂਆਂ ਦੇ ਵਿਚਕਾਰ ਜਿਹੜੀ ਦੂਰੀ ਹੈ, ਇਹ ਜੋ ਰੇਖਾ ਬਣਾਈ ਮੈਂ P ਤੋਂ ਲੈ ਕੇ B ਤੱਕ, ਇਹ ਚੱਕਰ ਦੀ ਜੀਵਾ ਅਖਵਾਏਗੀ, ਜੀਵਾ, ਠੀਕ ਹੈ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸੀਕੈਂਟ ਵੀ ਬੋਲਦੇ ਹਾਂ। ਤਾਂ ਚੱਕਰ ਦੀ ਜਿਹੜੀ ਜੀਵਾ ਹੈ ਉਹ ਚੱਕਰ ਦੇ ਉੱਤੇ ਸਥਿਤ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਹੁੰਦੀ ਹੈ। ਤਾਂ ਆਹ ਬਿੰਦੂ ਜਿਹੜਾ P ਹੈ ਇਸ ਚਿੱਤਰ ਦੇ ਵਿੱਚ, P ਬਿੰਦੂ ਅਤੇ B ਬਿੰਦੂ ਦੋਨੋਂ ਆਪਸ ਦੇ ਵਿੱਚ ਜਿਹੜੀ ਮਿਲਾਉਣ ਵਾਲੀ ਰੇਖਾ ਹੈ ਉਹ ਇਹ ਹੈ। ਤਾਂ PB ਵਾਲੀ ਰੇਖਾ ਜਿਹੜੀ ਹੈਗੀ ਹੈ ਚੱਕਰ ਦੀ ਜੀਵਾ ਅਖਵਾਉਂਦੀ ਹੈ, ਠੀਕ ਹੈ, ਸੀਕੈਂਟ ਅਖਵਾਉਂਦੀ ਹੈ। ਉਸ ਤੋਂ ਬਾਅਦ ਹੈ ਕਿ ਜਿਹੜੀ PM ਹੈ, PM ਜਿਹਨੂੰ ਅਸੀਂ ਵਿਆਸ ਕਿਹਾ ਸੀ ਆਪਣੇ ਕੋਲ, ਇਹ ਵੀ ਤਾਂ ਚੱਕਰ ਦੇ ਉੱਪਰ ਸਥਿਤ ਬਿੰਦੂ P ਅਤੇ M ਨੂੰ ਮਿਲਾਉਣ ਵਾਲੀ ਰੇਖਾ ਹੈ। ਬਿਲਕੁਲ ਸਹੀ ਹੈ। ਅਤੇ ਇਸ ਨੂੰ ਵੀ ਅਸੀਂ ਜੀਵਾ ਹੀ ਕਹਿੰਦੇ ਹਾਂ। ਤਾਂ ਪਰ ਇਹ ਗੱਲ ਯਾਦ ਰੱਖੋ ਕਿ ਵਿਆਸ ਚੱਕਰ ਦੀ ਸਭ ਤੋਂ ਲੰਬੀ ਜੀਵਾ ਹੁੰਦੀ ਹੈ। ਤਾਂ ਸਭ ਤੋਂ ਲੰਬੀ ਜੀਵਾ ਨੂੰ ਅਸੀਂ ਕੀ ਕਹਿੰਦੇ ਹਾਂ? ਚੱਕਰ ਦਾ ਵਿਆਸ ਕਹਿੰਦੇ ਹਾਂ, ਚੱਕਰ ਦਾ ਡਾਇਆਮੀਟਰ ਬੋਲਦੇ ਹਾਂ। ਉਸ ਤੋਂ ਬਾਅਦ ਅਗਲਾ ਕੁਐਸਚਨ ਆ ਜਾਂਦਾ ਹੈ ਕਿ ਚਾਪ ਤੋਂ ਕੀ ਭਾਵ ਹੈ, ਜਾਣੀ ਕਿ ਵਾਟ ਇਜ਼ ਆਰਕ। ਆਰਕ ਨੂੰ ਕਿਸ ਨੂੰ ਕਹਿੰਦੇ ਨੇ? ਆਰਕ ਜਿਹੜੀ ਹੈ ਉਹ ਕੀ ਹੈ ਕਿ ਚੱਕਰ ਦੇ ਉੱਪਰ ਸਥਿਤ ਕੋਈ ਵੀ ਦੋ ਬਿੰਦੂ, ਜਿਵੇਂ ਕਿ ਆਹ ਇੱਕ ਚੱਕਰ ਹੈ, ਇਹਦੇ ਉੱਪਰ ਸਥਿਤ ਕੋਈ ਵੀ ਦੋ ਬਿੰਦੂ ਲੈ ਲਓ। ਕੋਈ ਵੀ ਦੋ ਬਿੰਦੂ ਲੈਣ ਦੇ ਲਈ ਇੱਕ ਬਿੰਦੂ ਇਹ ਬਿੰਦੂ ਲੈ ਲਿਆ, ਇੱਕ ਬਿੰਦੂ ਮੈਂ ਇਹ ਲੈ ਲਿਆ, ਤਾਂ ਇੱਥੇ ਦੋ ਬਿੰਦੂ ਲਗਾਓ। ਇਹ ਬਿੰਦੂ P ਹੋ ਗਿਆ, ਇਹ ਬਿੰਦੂ Q ਹੋ ਗਿਆ। ਤਾਂ P ਤੋਂ ਲੈ ਕੇ Q ਤੱਕ ਦੀ ਇਹ ਵਾਲੀ ਜਿਹੜੀ ਇਹ ਚਾਪ ਹੈ, ਇਹ P ਤੋਂ Q ਤੱਕ ਦੀ ਜਿਹੜੀ ਦੂਰੀ ਹੈ, ਠੀਕ ਹੈ, ਇਸ ਨੂੰ ਅਸੀਂ ਚਾਪ ਬੋਲਦੇ ਹਾਂ, ਆਰਕ ਬੋਲਦੇ ਹਾਂ। ਤਾਂ ਇਸ ਤਰੀਕੇ ਨਾਲ P ਅਤੇ Q ਦੇ ਉੱਤੇ ਸਥਿਤ ਜਿੰਨੇ ਵੀ ਬਿੰਦੂ ਹਨ, ਇਹਨਾਂ ਨੂੰ ਅਗਰ ਸਾਰਿਆਂ ਨੂੰ ਮਿਲਾ ਦਈਏ, ਇਹ ਸਾਰੇ ਬਿੰਦੂਆਂ ਨੂੰ ਮਿਲਾਇਆ ਤਾਂ ਕੀ ਬਣ ਗਿਆ? ਇੱਕ P ਤੋਂ ਲੈ ਕੇ Q ਤੱਕ ਦੀ ਇੱਕ
ਚਾਪ ਬਣ ਗਈ। ਸੋ ਇਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈਗਾ ਆਪਾਂ ਲਿਖਣ ਦੇ ਲਈ PQ ਦੇ ਉੱਪਰ ਇਸ ਤਰੀਕੇ ਨਾਲ ਚਾਪ ਦਾ ਨਿਸ਼ਾਨ ਜਿਹੜਾ ਹੈ ਉਹ ਬਣਾ ਸਕਦੇ ਹਾਂ। ਤਾਂ ਇੱਥੋਂ ਪਤਾ ਲੱਗ ਜਾਣਾ ਚਾਹੀਦਾ ਕਿ ਇਹਦਾ ਮਤਲਬ ਹੈ PQ ਚਾਪ ਦੀ ਗੱਲ ਹੋ ਰਹੀ ਹੈ। ਅਗਲੀ ਗੱਲ ਆ ਜਾਂਦੀ ਹੈ ਅਰਧਵਿਆਸੀ ਖੰਡ ਦੀ। ਅਰਧਵਿਆਸੀ ਜਿਹੜਾ ਖੰਡ ਹੈ ਉਹ ਕੀ ਹੁੰਦਾ, ਯਾਨੀ ਕਿ ਵਾਟ ਇਜ਼ ਸੈਕਟਰ। ਸਾਨੂੰ ਪਤਾ ਕਿ ਕੇਂਦਰ ਹਰੇਕ ਚੱਕਰ ਦਾ ਇੱਕ ਕੇਂਦਰ ਹੁੰਦਾ, ਠੀਕ ਹੈ। ਮੰਨ ਲਓ ਕਿ ਇਹ ਉਹ ਇੱਕ ਕੇਂਦਰ ਹੈ, ਤਾਂ ਇਸ ਕੇਂਦਰ ਨੂੰ ਮਿਲਾਉਣ ਵਾਲੀ ਜਿਹੜੀ ਰੇਖਾ ਹੈ ਕਿਸ ਦੇ ਨਾਲ, ਚਾਪ ਉੱਤੇ ਸਥਿਤ ਦੋਨੇ ਬਿੰਦੂਆਂ ਦੇ ਨਾਲ ਮਿਲਾਉਣ ਵਾਲੀ ਰੇਖਾ। ਅਗਰ ਮਿਲਾ ਦਈਏ ਤਾਂ P ਨੂੰ O ਨਾਲ ਮਿਲਾ ਦਿਓ, O ਨੂੰ Q ਨਾਲ ਮਿਲਾ ਦਿਓ, ਤਾਂ ਇਹ ਜਿਹੜਾ ਵਿਚਕਾਰ ਦਾ ਜਿੰਨਾ ਵੀ ਇਹ ਖੇਤਰ ਬਚ ਗਿਆ ਇਸ ਨੂੰ ਬੋਲਦੇ ਆ ਅਰਧਵਿਆਸੀ ਖੰਡ, ਠੀਕ ਹੈ, ਯਾਨੀ ਕਿ ਸੈਕਟਰ। ਤਾਂ ਇਸ ਤਰੀਕੇ ਦੇ ਨਾਲ ਸੈਕਟਰ ਕੀ ਹੈ, ਅਰਧਵਿਆਸੀ ਖੰਡ ਕੀ ਹੈ। ਅਰਧਵਿਆਸੀ ਖੰਡ ਉਹ ਭਾਗ ਹੈ ਜੋ ਅਰਧਵਿਆਸਾਂ ਦੇ ਅਤੇ ਸੰਗਤ ਚਾਪ ਨਾਲ ਘਿਰ ਕੇ ਬਣਦਾ ਹੈ। ਦੋ ਅਰਧਵਿਆਸ ਅਤੇ ਇੱਕ ਚਾਪ ਦੇ ਨਾਲ ਘਿਰ ਕੇ ਜਿਹੜਾ ਖੇਤਰ ਬਣਦਾ ਹੈ ਉਹ ਸਾਰੇ ਖੇਤਰ ਨੂੰ ਅਸੀਂ ਕੀ ਕਹਿੰਦੇ ਹਾਂ, ਅਰਧਵਿਆਸੀ ਖੰਡ ਕਹਿੰਦੇ ਹਾਂ, ਸੈਕਟਰ ਬੋਲਦੇ ਹਾਂ। ਉਸ ਤੋਂ ਬਾਅਦ ਹੈਗਾ ਚੱਕਰੀ ਖੰਡ। ਚੱਕਰੀ ਖੰਡ ਯਾਨੀ ਕਿ ਸੈਗਮੈਂਟ ਕਿਸ ਨੂੰ ਕਹਿੰਦੇ ਨੇ। ਅਸੀਂ ਨੇ ਕੀਤਾ ਸੀਗਾ ਜੀਵਾ ਦੇ ਬਾਰੇ। ਜੀਵਾ ਦੇ ਵਿੱਚ ਅਸੀਂ ਕੀਤਾ ਸੀ ਕਿ ਕਿਸੇ ਵੀ ਚੱਕਰ ਦੇ ਉੱਪਰ ਸਥਿਤ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਜੀਵਾ ਕਹਾਉਂਦੀ ਹੈ। ਜਿਵੇਂ ਕਿ ਇਸ ਚਿੱਤਰ ਦੇ ਵਿੱਚ ਦੋ ਬਿੰਦੂ ਮੈਂ ਮੰਨ ਲੈਂਦਾ ਕਿ A ਅਤੇ A ਦੋ ਬਿੰਦੂ ਨੇ, ਇਹਨਾਂ ਦੋਨਾਂ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਇਹ ਹੋ ਗਈ। ਇਹ ਬਿੰਦੂ ਨੂੰ ਮਿਲਾਇਆ ਇਸ ਬਿੰਦੂ ਦੇ ਨਾਲ, ਠੀਕ ਹੈ। ਮੰਨ ਲਓ ਕਿ ਇਹ AB ਬਿੰਦੂ ਨੇ। ਇਸ AB ਬਿੰਦੂ ਅਤੇ ਚੱਕਰ ਦੀ ਚਾਪ ਦੇ ਵਿਚਕਾਰ ਜਿਹੜਾ ਘਿਰਿਆ ਖੇਤਰ ਹੈ ਇਸ ਨੂੰ ਬੋਲਦੇ ਆ ਸੈਗਮੈਂਟ, ਯਾਨੀ ਕਿ ਚੱਕਰੀ ਖੰਡ। ਜਿਵੇਂ ਕਿ ਇਸ ਚਿੱਤਰ ਦੇ ਵਿੱਚ ਵੀ ਦਿਖਾਇਆ ਗਿਆ, ਆਹ ਬਿੰਦੂ A ਹੈ, ਆਹ ਬਿੰਦੂ B ਹੈ, ਇਹ ਵਾਲਾ, ਅਤੇ ਇਹ ਵਾਲੇ ਬਿੰਦੂ ਨੂੰ ਮਿਲਾਉਣ ਵਾਲੀ ਰੇਖਾ ਦੇ ਅਤੇ ਚੱਕਰ ਦੇ ਵਿਚਕਾਰ ਬਣਿਆ ਹੋਇਆ ਜਿਹੜਾ ਇਹ ਵਾਲਾ ਖੇਤਰ ਹੈ ਉਸ ਸਾਰੇ ਖੇਤਰਫਲ ਨੂੰ ਅਸੀਂ ਚੱਕਰੀ ਖੰਡ ਬੋਲਦੇ ਹਾਂ। ਸੋ ਅਰਧਵਿਆਸੀ ਖੰਡ ਜਿਹੜਾ ਹੈ ਉਹ ਅਰਧਵਿਆਸਾਂ ਦਾ ਦੁਆਰਾ ਚੱਕਰ ਦੇ ਕੇਂਦਰ ਤੱਕ ਬਣਦਾ ਹੈ, ਪਰ ਜਿਹੜਾ ਚੱਕਰੀ ਖੰਡ ਹੈ ਉਹ ਜੀਵਾ ਦੁਆਰਾ ਚੱਕਰ ਦੇ ਨਾਲ ਘਿਰਿਆ ਖੇਤਰ ਹੁੰਦਾ ਹੈ। ਜੀਵਾ ਅਤੇ ਸੰਗਤ ਚਾਪ ਦੇ ਨਾਲ ਘਿਰਿਆ ਚੱਕਰੀ ਖੇਤਰ ਦਾ ਭਾਗ ਚੱਕਰੀ ਖੰਡ ਅਖਵਾਉਂਦਾ ਹੈ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਰਿਹਾ ਸਾਰਾ ਕੁਛ। ਅਸੀਂ ਵਿਆਸ ਦੇ ਬਾਰੇ ਪੜ੍ਹ ਲਿਆ, ਅਸੀਂ ਜੀਵਾ ਬਾਰੇ ਪੜ੍ਹ ਲਿਆ। ਅਰਧਵਿਆਸੀ ਖੰਡ ਸਾਡੇ ਕੋਲ ਇਹ ਵਾਲਾ ਖੰਡ ਅਰਧਵਿਆਸੀ ਖੰਡ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਹੁਣ ਆਪਣਾ ਟੌਪਿਕ ਆਇਆ ਗਿਆ ਕਿ ਚੱਕਰੀ ਖੰਡ ਕਿਸ ਨੂੰ ਕਹਿੰਦੇ ਨੇ। ਚੱਕਰੀ ਖੰਡ ਜਿਹੜਾ ਹੈ ਉਹ ਕਿਸੇ ਵੀ ਜੀਵਾ ਦੁਆਰਾ ਚੱਕਰ ਦੀ ਚਾਪ ਦੇ ਵਿਚਕਾਰਲਾ ਜਿਹੜਾ ਖੇਤਰ ਹੈ ਘਿਰਿਆ ਖੇਤਰ, ਇਸ ਘਿਰੇ ਖੇਤਰ ਨੂੰ ਅਸੀਂ ਚੱਕਰੀ ਖੰਡ ਕਹਿੰਦੇ ਹਾਂ। ਇਸ ਤੋਂ ਬਾਅਦ ਆ ਜਾਂਦਾ ਹੈ ਕਿ ਸਾਡੇ ਕੋਲ ਅਰਧ ਚੱਕਰ ਕੀ ਹੈ। ਅਰਧ ਚੱਕਰ ਕੀ ਹੈ? ਅਰਧ ਚੱਕਰ ਮਤਲਬ ਅੱਧਾ ਚੱਕਰ, ਠੀਕ ਹੈ ਜੀ। ਅੱਧਾ ਚੱਕਰ, ਜਿਵੇਂ ਕਿ ਇਹ ਪੂਰਾ ਇੱਕ ਪੇਜ ਸੀਗਾ, ਪੂਰਾ ਚੱਕਰ ਬਣਾਇਆ ਸੀਗਾ, ਚੱਕਰ ਬਣਾ ਕੇ ਅਸੀਂ ਪੇਜ ਨੂੰ ਕੱਟ ਲਿਆ ਅਤੇ ਉਹਨੂੰ ਬਿਲਕੁਲ ਉਸ ਦੇ ਵਿਆਸ ਤੋਂ ਮੋੜ ਲਿਆ। ਵਿਆਸ ਤੋਂ ਮੋੜਨ ਤੋਂ ਬਾਅਦ ਜਿਹੜਾ ਹੈ ਇਹ ਦੋ ਹਿੱਸਿਆਂ ਦੇ ਵਿੱਚ ਕੱਟਿਆ ਗਿਆ, ਠੀਕ ਹੈ। ਇੱਕ ਹਿੱਸਾ, ਦੋ ਹਿੱਸੇ। ਇਹ ਦੋਨੋਂ ਹਿੱਸੇ ਜਿਹੜੇ ਹੈਗੇ ਨੇ ਉਹ ਅੱਧਾ ਅੱਧਾ ਹੋ ਗਏ ਨੇ, ਅਤੇ ਅੱਧਾ ਚੱਕਰ ਜਿਹੜਾ ਹੈਗਾ ਇਹ ਬਣ ਗਿਆ, ਦੂਜਾ ਅੱਧਾ ਚੱਕਰ ਇਹ ਬਣ ਗਿਆ। ਇਸ ਨੂੰ ਅਸੀਂ ਅਰਧ ਚੱਕਰ ਕਹਿੰਦੇ ਹਾਂ, ਹਾਫ ਸਰਕਲ ਬੋਲਦੇ ਹਾਂ, ਠੀਕ ਹੈ। ਅਤੇ ਘੇਰਾ ਕੀ ਹੁੰਦਾ, ਯਾਨੀ ਕਿ ਸਰਕਮਫਰੈਂਸ ਕੀ ਹੁੰਦਾ, ਪੂਰੇ ਚੱਕਰ ਦਾ ਜਿਹੜਾ ਹੈ ਘੇਰਾ ਇਹ, ਠੀਕ ਹੈ। ਚੱਕਰ ਦੇ ਆਲੇ ਦੁਆਲੇ ਦੀ ਸਾਰੀ ਦੂਰੀ ਉਸ ਨੂੰ ਘੇਰਾ ਕਿਹਾ ਜਾਂਦਾ, ਉਸ ਨੂੰ ਸਰਕਮਫਰੈਂਸ ਬੋਲਦੇ ਆ, ਹੈ ਨਾ। ਅਤੇ ਪਰ ਜਿਹੜਾ ਅੱਧਾ ਚੱਕਰ ਹੈਗਾ ਉਹ ਸਿਰਫ ਉਸ ਦੇ ਘੇਰੇ ਨਾਲੋਂ ਅੱਧਾ ਹੁੰਦਾ ਹੈ, ਸਿਰਫ ਇੰਨਾ ਪੋਰਸ਼ਨ, ਠੀਕ ਹੈ। ਦੂਜਾ ਆ ਤਾਂ ਦੋ ਅਰਧ ਚੱਕਰ, ਇੱਕ ਚੱਕਰ ਤੋਂ ਦੋ ਅਰਧ ਚੱਕਰ ਬਣ ਜਾਂਦੇ ਹਨ। ਨੈਸ਼ਨਲ ਅਚੀਵਮੈਂਟ ਸਰਵੇ ਅਤੇ ਪੰਜਾਬ ਅਚੀਵਮੈਂਟ ਸਰਵੇ ਇਹ
ਦੇ ਨਾਲ ਸੰਬੰਧਿਤ ਅਸੀਂ ਹਮੇਸ਼ਾ ਇੱਕ ਕੁਐਸਚਨ ਜਿਹੜੇ ਹੈ ਕੁਝ ਕੁਐਸਚਨ ਕਰਦੇ ਹਾਂ। ਆਓ ਅੱਜ ਵੀ ਇਸ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਉਹ ਕੁਐਸਚਨ ਕਰੀਏ। ਇਸ ਅੱਜ ਦੇ ਟੌਪਿਕ ਦੇ ਵਿੱਚੋਂ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ PAS ਦੇ ਵਿੱਚ ਆ ਸਕਦੇ ਨੇ ਉਹ ਨੋਟ ਕਰ ਲਓ। ਦਿੱਤੇ ਗਏ ਚਿੱਤਰ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ। ਸਾਡੇ ਕੋਲ ਇੱਕ ਚਿੱਤਰ ਬਣਾਇਆ ਗਿਆ, LN ਇੱਕ ਜੀਵਾ ਹੈ, ਠੀਕ ਹੈ। AB ਇੱਕ ਵਿਆਸ ਹੈ ਜੋ ਸਭ ਤੋਂ ਲੰਬੀ ਜੀਵਾ ਕਹਿੰਦੇ ਜਿਹਨੂੰ, ਠੀਕ ਹੈ। Q ਬਿੰਦੂ ਇਹਦੇ ਉੱਪਰ ਲੱਗਿਆ ਹੋਇਆ, N ਉੱਪਰ ਹੈ, ਠੀਕ ਹੈ। D ਇਹਦੇ ਉੱਪਰ ਸਥਿਤ ਹੈ, M ਉਸਦੇ ਅੰਦਰ ਸਥਿਤ ਹੈ। ਇਹਨੇ ਕਿਹੜਾ ਕਥਨ ਗਲਤ ਪੁੱਛਿਆ, ਕਹਿੰਦਾ ਵੀ AB ਇੱਕ ਵਿਆਸ ਹੈ। ਬਿਲਕੁਲ ਸਹੀ ਗੱਲ ਹੈ, AB ਇੱਕ ਵਿਆਸ ਹੈਗਾ। LQN ਕੀ ਲਘੂ ਚਾਪ ਹੈ। LQN ਹਾਂ ਬਿਲਕੁਲ, ਛੋਟੀ ਚਾਪ ਨੂੰ ਲਘੂ ਚਾਪ ਕਿਹਾ ਜਾਂਦਾ। ਜੇ ਉਹ LDN ਪੁੱਛਦਾ ਤਾਂ ਉਹ ਕੀ ਹੋਣਾ ਸੀ, L ਤੋਂ N ਤੱਕ D ਰਾਹੀਂ ਹੁੰਦੀ ਹੋਈ ਚਾਪ। LDN ਉਹ ਇੱਕ ਦੀਰਘ ਚਾਪ ਬਣ ਜਾਣੀ ਸੀ, ਠੀਕ ਹੈ। ਤਾਂ ਇਹ ਕਥਨ ਵੀ ਸਹੀ ਹੈ ਕਿ LQN ਇੱਕ ਲਘੂ ਚਾਪ ਹੈ, ਸਹੀ ਗੱਲ ਹੈ। M ਚੱਕਰ ਦਾ ਕੇਂਦਰ ਬਿੰਦੂ ਹੈ, ਨਹੀਂ ਇਹੀ ਗਲਤ ਹੈ। M ਚੱਕਰ ਦਾ ਕੇਂਦਰ ਨਹੀਂ, ਕੇਂਦਰ ਤਾਂ ਇਸ ਦਾ O ਹੈ। ਇਹ ਕਥਨ ਜਿਹੜਾ ਹੈ ਉਹ ਗਲਤ ਹੈ, ਠੀਕ ਹੈ। ਤਾਂ ਇਹਦਾ ਆਨਸਰ ਸਾਡੇ ਕੋਲ C ਪਾਰਟ ਇਸ ਤੁਹਾਡਾ ਰਾਈਟ ਆਨਸਰ ਹੈ ਬਣ ਜਾਏਗਾ ਇਸ ਦਾ, ਕਿ ਜਿਹੜਾ ਹੈ ਇਹਦਾ ਵਿੱਚ M ਜਿਹੜਾ ਹੈ ਉਹ ਚੱਕਰ ਦਾ ਕੇਂਦਰ ਨਹੀਂ ਹੈਗਾ। ADB ਅਰਧ ਚੱਕਰ ਹੈ। ADB ਹਾਂ A ਤੋਂ ਲੈ ਕੇ DB ਇਹ ਅੱਧਾ ਚੱਕਰ ਬਣਦਾ, ਇਹ ਵੀ ਕਥਨ ਸਹੀ ਹੈ। ਸੋ ਗਲਤ ਕਥਨ ਕਿਹੜਾ ਸੀਗਾ, ਉਹ C ਤੁਹਾਡਾ ਗਲਤ ਕਥਨ ਹੈ, ਕਿਉਂਕਿ ਉਹਨਾਂ ਨੇ ਕਿਹਾ ਵੀ M ਜਿਹੜਾ ਹੈ ਉਹ ਚੱਕਰ ਦਾ ਕੇਂਦਰ ਹੈ। M ਚੱਕਰ ਦਾ ਕੇਂਦਰ ਨਹੀਂ, ਚੱਕਰ ਦਾ ਕੇਂਦਰ ਤਾਂ O ਹੈ, O। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਇਹ ਸਮ ਜਿਹੜਾ ਹੈਗਾ ਸੈਕਿੰਡ 'ਤੇ ਆਪਾਂ ਪਹੁੰਚ ਗਏ ਆ। ਅਤੇ ਚੱਕਰ ਦਾ ਭਾਗ ਚੱਕਰ ਦੀ ਡੈਸ਼ ਅਖਵਾਉਂਦਾ ਹੈ। ਚੱਕਰ ਦਾ ਭਾਗ ਚੱਕਰ ਦੀ ਚਾਪ ਅਖਵਾਉਂਦਾ ਹੈ। ਸਾਨੂੰ ਪਤਾ ਕਿ ਚੱਕਰ ਦਾ ਭਾਗ ਜਿਹੜਾ ਹੈਗਾ ਚੱਕਰ ਸੀਗਾ, ਇਹ ਚੱਕਰ ਦਾ ਕੁਛ ਭਾਗ ਜਿਹੜਾ ਹੈ ਇਹ ਵਾਲਾ, ਇਹ ਕੀ ਕਹਿਲਾਉਂਦਾ, ਚਾਪ ਅਖਵਾਉਂਦਾ ਹੈ, ਠੀਕ ਹੈ ਜੀ। ਇਹ C ਪਾਰਟ ਜਿਹੜਾ ਇਹਦਾ ਸਹੀ ਪਾਰਟ ਆਨਸਰ ਹੈ। ਆਖਰੀ ਕੁਐਸਚਨ ਹੈ ਤੁਹਾਡਾ, ਜੇਕਰ ਆਲੇ ਦੁਆਲੇ ਦੇ ਕੁੱਲ ਲੰਬਾਈ ਨੂੰ, ਚੱਕਰ ਦੇ ਆਲੇ ਦੁਆਲੇ ਦੀ ਕੁੱਲ ਲੰਬਾਈ ਨੂੰ ਡੈਸ਼ ਕਿਹਾ ਜਾਂਦਾ ਹੈ। ਅਸੀਂ ਹੁਣੇ ਪੜ੍ਹਿਆ ਸੀਗਾ ਕਿ ਚੱਕਰ ਦੇ ਆਲੇ ਦੁਆਲੇ ਦੀ ਕੁੱਲ ਲੰਬਾਈ ਨੂੰ ਘੇਰਾ ਕਿਹਾ ਜਾਂਦਾ, ਸਰਕਮਫਰੈਂਸ। ਤਾਂ C ਪਾਰਟ ਇਜ਼ ਦਾ ਰਾਈਟ ਆਨਸਰ, ਘੇਰਾ, ਤਾਂ ਘੇਰਾ ਕਿਹਾ ਜਾਂਦਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡੀ ਅੱਜ ਦੀ ਅਸਾਈਨਮੈਂਟ ਪੂਰੀ ਹੁੰਦੀ ਹੈ। ਅਗਰ ਫਿਰ ਵੀ ਕੋਈ ਦਿੱਕਤ ਤੁਹਾਨੂੰ ਇਸ ਦੇ ਵਿੱਚ ਆਉਂਦੀ ਹੈ ਤਾਂ ਮੈਨੂੰ ਦੁਬਾਰਾ ਮੈਸੇਜ ਕਰਕੇ ਪੁੱਛ ਸਕਦੇ ਹੋ, ਠੀਕ ਹੈ। ਤਾਂ ਹਰ ਇੱਕ ਪ੍ਰੋਬਲਮ ਆਪਣੀ ਸਮਝਣੀ ਹੈ। ਕੋਈ ਵੀ ਪ੍ਰੋਬਲਮ ਜਿਹੜੀ ਹੈ ਅਗਰ ਤੁਹਾਨੂੰ ਇਸ ਦੇ ਵਿੱਚੋਂ ਆਉਂਦੀ ਹੈ ਤਾਂ ਤੁਸੀਂ ਉਸ ਨੂੰ WhatsApp ਦੇ ਉੱਤੇ ਕਮੈਂਟ ਕਰੋ, ਠੀਕ ਹੈ। ਮੇਰੀ ਵੀਡੀਓ ਦੇ ਉੱਪਰ ਕਮੈਂਟ ਕਰੋ ਤਾਂ ਕਿ ਤੁਹਾਨੂੰ ਜਿਹੜਾ ਹੈ ਉਸ ਦਾ ਸਵਾਲ ਦਾ ਨੰਬਰ ਜ਼ਰੂਰ ਦੱਸ ਦਿਓ ਕਿ ਕਿਹੜਾ ਸਵਾਲ ਤੁਸੀਂ ਸਮਝਣਾ ਹੈ, ਠੀਕ ਹੈ। ਅਤੇ ਤੁਹਾਨੂੰ ਹਰ ਇੱਕ ਤੁਹਾਡੀ ਪ੍ਰੋਬਲਮ ਸਮਝਾ ਦਿੱਤੀ ਜਾਵੇਗੀ। ਵੈਰੀ ਗੁੱਡ, ਸ਼ਾਬਾਸ਼।